अस्सलाम वालेकुम। वालेकुम सलाम। नौजवान की ना है तेरा? मेरा नाम जी जनाब ज़माम अली। ਜ਼ਮਾਮ ਅਲੀ। ਛੋਟੀ ਉਮਰ ਬੜਾ ਤਜਰਬਾ। ਜ਼ਮਾਮ, ਕੁਝ ਗੱਲਾਂ ਆਫ ਕੈਮਰਾ ਅਸੀਂ ਤੁਹਾਡੇ ਨਾਲ ਕੀਤੀਆਂ ਔਰ ਤੁਸੀਂ ਸਾਨੂੰ ਦੱਸਿਆ ਕਿ ਮੱਝਾਂ ਦੇ ਅਗਰ ਮੁxtਲਿਫ ਮਸਾਇਲ ਹੋਣ ਜੀ ਤੇ ਸਰ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰ ਲੈਂਦੇ ਹੋ ਔਰ ਕੁਝ ਤੁਸੀਂ ਦੇਸੀ ਟੈਕਨੀਕ ਦੱਸੀਆਂ ਜਿਹੜੀਆਂ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਸਿੱਖੀਆਂ ਨੇ। ਜੀ ਚੰਦ ਇੱਕ ਤੁਹਾਡੇ ਕੋਲ ਪੁੱਛਾਂਗੇ ਤਾਂ ਕਿ ਨਵੇਂ ਪੁਰਾਣੇ ਫਾਰਮਰ ਜਿਹੜੇ ਨੇ ਉਹਨਾਂ ਨੂੰ ਫਾਇਦਾ ਮਿਲ ਸਕੇ। ਇੱਕ ਛੋਟਾ ਜਿਹਾ ਨੁਸਖਾ ਹੈ ਕਿ ਮੱਝ ਜਦੋਂ ਸੌਂਦੀ ਹੈ ਔਰ ਉਹ ਜ਼ੋਰ ਨਹੀਂ ਸੁੱਟਦੀ ਤਾਂ ਉਹਦਾ ਕੀ ਇਲਾਜ ਕਰੀਏ? ਜੀ ਸਰ, ਅਗਰ ਮੱਝ ਸੂ ਪਈ ਹੈ ਤੇ ਇੱਕ ਦਿਨ ਵਾਸਤੇ ਤੁਸੀਂ ਉਹਨੂੰ ਵੇਖੋ, ਜੇ ਜ਼ੋਰ ਨਹੀਂ ਸੁੱਟਦੀ ਫਿਰ ਦੂਸਰਾ ਦਿਨ ਵੀ ਲੰਘ ਗਿਆ, ਫਿਰ ਉਹਨੂੰ ਨਾ ਗਲਕੰਦ ਲੈ ਆਓ, ਤੁਸੀਂ ਗਲਕੰਦ ਦੁੱਧ ਦੇ ਵਿੱਚ ਪਾ ਕੇ ਉਹਨੂੰ ਦੇ ਦਿਓ, ਕਿਉਂਕਿ ਉਹ ਗਲਕੰਦ ਦੇ ਉਹਨੂੰ ਗਰਮ ਕਰਕੇ ਹੀਟ ਕਰਕੇ ਜ਼ੋਰ ਉਹ ਸੁੱਟ ਦੇਗੀ। ਅੱਛਾ, ਤੇ ਉਹਦਾ ਦੇਣ ਦਾ ਕੀ ਤਰੀਕਾ ਹੈ? ਗਲਕੰਦ ਦੇ ਦੁੱਧ ਦੇ ਵਿੱਚ ਪਾ ਕੇ ਤੇ ਉਹਨੂੰ ਨਾਲ ਨਾ ਪਿਆ ਦਿਓ। ਨਾਲ ਦੇ ਨਾਲ ਪਿਆਣਾ ਹੈ। ਤੇ ਕਿੰਨੀ ਕੁ ਵਾਰੀ ਦੇਣੀ ਹੈ ਉਹਨੂੰ? ਉਹਨੂੰ ਤੁਸੀਂ ਦੇ ਦਿਓ, ਇੱਕ ਵਾਰੀ ਦੇਖ ਲਓ, 2 ਵਾਰੀ ਦੇਖ ਲਓ, ਤੇ ਬਾਅਦ ਦੇ ਵਿੱਚ ਇਨਸ਼ਾਅੱਲਾ ਸੁੱਟੀ ਛੜੇਗੀ ਜ਼ੋਰ। ਤੇ ਸਵੇਰ ਦੇ ਟਾਈਮ ਦੇਣਾ ਜਾਂ ਸ਼ਾਮ ਦੇ ਟਾਈਮ? ਜਿਸ ਟਾਈਮ ਮਰਜ਼ੀ ਦੇ ਲਿਓ, ਲੇਕਿਨ ਵੇਖ ਲਿਓ ਇੱਕ ਦਿਨ ਮਤਲਬ ਭਾਈ ਵੇਖ ਲਿਓ ਕਿ ਉਹ ਜ਼ੋਰ ਸੁੱਟਦੀ ਹੈ ਪਈ ਕਿ ਨਹੀਂ ਸੁੱਟਦੀ ਪਈ, ਫਿਰ ਇੱਕ ਦਿਨ ਲੰਘ ਜੇ ਦੂਸਰੇ ਦਿਨ ਉਹਨੂੰ ਗਲਕੰਦ ਦੇ ਦਿਓ। ਠੀਕ ਹੈ। ਉਂਝ ਕਿੰਨੇ ਕੁ ਦੇਰ ਇੰਤਜ਼ਾਰ ਕਰਨਾ ਚਾਹੀਦਾ ਹੈ ਮੱਝ ਦਾ? ਮੱਝ ਦਾ ਇੱਕ ਦਿਨ ਵਾਸਤੇ ਲਾਜ਼ਮੀ ਇੰਤਜ਼ਾਰ ਕਰਨਾ ਚਾਹੀਦਾ। ਲਾਜ਼ਮੀ। ਤੇ ਜ਼ਿਆਦਾ ਤੋਂ ਜ਼ਿਆਦਾ ਜ਼ਿਆਦਾ 1.5 ਦਿਨ ਲਾ ਲਓ, ਫਿਰ ਦੇਹੜਨੀ ਚਾਹੀਦੀ। ਯਾਨੀ 1.5 ਤੋਂ ਮੁਰਾਦ 2 ਦਿਨ ਅਸੀਂ ਸਮਝ ਲਈਏ ਕਿ ਜੀ ਸਰ। 2 ਵੀ ਦਿਨ ਅਗਰ ਉੱਤੇ ਹੋ ਜਾਂਦਾ ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ। ਉਹਦੇ ਬਾਅਦ ਫਿਰ ਤਸ਼ਵੀਸ਼ ਹੋ ਸਕਦੀ ਹੈ। ਜੀ ਸਰ। ਅੱਛਾ। ਡਾਕਟਰ ਨਾਲ ਰਾਬਤਾ ਕਰ ਸਕਦੇ ਹੋ ਜਾਂ ਗਲਕੰਦ ਵੀ ਦੇ ਘੱਟ ਤੋਂ ਘੱਟ 1 ਦਿਨ ਔਰ ਜ਼ਿਆਦਾ ਤੋਂ ਜ਼ਿਆਦਾ 1.5 ਤੋਂ 2 ਦਿਨ। ਜੀ ਠੀਕ ਹੋ ਗਿਆ। ਅੱਛਾ, ਇਹ ਤੇ ਹੋ ਗਿਆ ਜ਼ੋਰ ਦਾ ਮਾਮਲਾ। ਜੀ ਤੇ ਦੁੱਧ ਵਿੱਚ ਹੀ ਪਾ ਕੇ ਉਹਨੂੰ ਦੇਣਾ ਹੁੰਦਾ ਹੈ? ਜੀ ਸਰ। ਸਹੀ ਹੈ। ਅਟਾਂ ਅਗਰ ਕੋਈ ਡੰਗਰ ਨਾ ਸੁੱਟੇ ਤਾਂ ਕੀ ਕਰੀਏ? ਸਰ ਉਹਦੇ ਲਈ ਉਹਨੂੰ ਵੰਡਾ ਛੰਡਾ ਖਲ ਛਲ ਪਾਓ, ਇਨਸ਼ਾਅੱਲਾ ਉਹ ਅਟਾਂ ਸੁੱਟੀ ਛੜੇ। ਅੱਛਾ, ਤੇ ਅਗਰ ਦੁੱਧ ਵਧਾਉਣਾ ਹੈ ਡੰਗਰ ਦਾ? ਅਗਰ ਦੁੱਧ ਵਧਾਉਣਾ ਹੋਏ ਤੇ ਜੋ ਡੰਗਰ ਸੂਣ ਵਾਲਾ ਹੋਏ, ਪਹਿਲਾਂ ਉਹਨੂੰ ਕਣਕ ਦੀਆਂ ਘੁੰਗਣੀਆਂ ਬਣਾ ਕੇ ਦੇਵੋ। ਘੁੰਗਣੀਆਂ ਤੋਂ ਬਾਅਦ ਫਿਰ ਉਹਦੇ ਨਾਲ ਘੁੰਗਣੀਆਂ ਨਾਲ ਵਾਨਾ ਵੱਡਾ ਹੋਏਗਾ, ਉਹਦਾ ਵਾਨਾ ਵੱਡਾ ਹੋਏਗਾ, ਬਾਅਦ ਦੇ ਵਿੱਚ ਉਹ ਦੁੱਧ ਨੂੰ ਵਧੇਗੀ, ਫਿਰ ਉਹਨੂੰ ਖਲ ਛਲ ਕਰਾ ਛਰਾ ਵੰਡਾ ਛੰਡਾ ਬਾਅਦ ਜਿਹੜੀ ਸੂ ਪੈਂਦੀ ਉਹਨੂੰ ਇਹੋ ਜਿਹੀਆਂ ਚੀਜ਼ਾਂ ਦਿਓ ਤੇ ਉਹਦੇ ਨਾਲ ਦੁੱਧ ਮਜ਼ੀਦ ਵਧੇਗਾ। ਇੱਕ ਬੰਦੇ ਨੇ ਸਾਨੂੰ ਪੁੱਛਿਆ ਨਾ ਕਿ ਜੀ ਮੱਝ ਜਿਹੜੀ ਹੈ ਨਾ ਅਚਾਨਕ ਜਦੋਂ ਸੂਈ ਉਹਦੇ ਬਾਅਦ ਦੁੱਧ ਘਟਾ ਗਈ, ਉਹਦੀ ਸਮਝ ਨਹੀਂ ਆਈ। ਇਸ ਤਰ੍ਹਾਂ ਦਾ ਕਦੀ ਮਾਮਲਾ ਹੋਇਆ ਤੁਹਾਡੇ ਨਾਲ? ਨਹੀਂ ਜਨਾਬ, ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸਾਡੇ ਨਾਲ ਔਰ ਹੋਇਆ। ਅਗਰ ਦੁੱਧ ਇੱਕਦਮ ਜਾਨਵਰ ਘਟਾਈਏ ਤਾਂ ਕੀ ਵਜ੍ਹਾ ਹੋ ਸਕਦੀ ਹੈ? ਉਹਦੀ ਵਜ੍ਹਾ ਉਹਦੇ ਪੱਠਿਆਂ ਖਾਣ ਪੀਣ ਦੇ ਨਾਲ ਵਜ੍ਹਾ ਹੋ ਸਕਦੀ ਹੈ, ਉਹਦੇ ਵੰਡੇ ਦੇ ਵਿੱਚ ਕਮੀ ਹੈ, ਕੋਈ ਇਹੋ ਜਿਹੀ ਕਮੀ ਹੋ ਸਕਦੀ ਹੈ ਠੀਕ ਜਾਂ ਹੈ। ਉਹਦੀ ਖਿਦਮਤ ਨਹੀਂ ਜ਼ਿਆਦਾ ਹੋ ਰਹੀ, ਜਾਂ ਕੋਈ ਉਹਦੇ ਨਾਲ ਬਿਮਾਰੀ ਸ਼ਮਾਰੀ ਬੁਖਾਰ ਸਿਰ ਨੂੰ ਚੜ ਗਿਆ ਹੈ, ਜਾਂ ਫਿਰ ਉਹਦੇ ਮਿਹਦੇ 'ਚ ਪ੍ਰੋਬਲਮ ਹੈ, ਕੋਈ ਇਹੋ ਜਿਹਾ ਸਿਸਟਮ। ਠੀਕ ਹੈ। ਤੇ ਇਹ ਜਿਹੜੀ ਮੱਝ ਧਰੂ ਕਰਦੀ ਹੈ ਯਾਨੀ ਕਿ ਉਹਦਾ ਬੱਚਾ ਖਰਾਬ ਹੋਈ ਜਾਂਦਾ ਤੇ ਉਹਦਾ ਫਿਰ ਕੀ ਇਲਾਜ ਕਰੀਏ? ਉਹਨੂੰ ਕਿਸ ਤਰ੍ਹਾਂ ਦੁਬਾਰਾ ਦੁੱਧ ਤੇ ਲਿਆਈਏ ਵਾਪਸ? ਕਿਸ ਤਰ੍ਹਾਂ ਉਹਨੂੰ ਸੈੱਟ ਕਰੀਏ ਤਾਂ ਕਿ ਫਿਰ ਉਹਦੇ ਕੋਲੋਂ ਫਾਇਦਾ ਲਿਆ ਜਾ ਸਕੇ? ਅਰੇ ਉਹਦੇ ਲਈ ਅਗਰ ਮੱਝ ਧਰੂ ਗਈ ਤੇ ਉਹਨੂੰ ਇੱਕ ਸੀਜ਼ਨ ਮਿਸ ਕਰਾ ਦੇਣਾ ਚਾਹੀਦਾ ਹੈ, ਉਹਦੇ ਕੋਲ ਦੁੱਧ ਲਓ, ਫਿਰ ਦੂਸਰੇ ਸੀਜ਼ਨ ਬਣਦੀ ਹੈ ਤੇ ਇਨਸ਼ਾਅੱਲਾ ਠੀਕ ਹੋਈ ਜਾਏਗੀ। ਜਿਹੜੀ ਮੱਝ ਧਰੂਈ ਜਾਂਦੀ ਹੈ ਉਹਦੇ 'ਚ ਕੀ ਜ਼ਿਆਦਾ ਆਉਂਦਾ ਹੈ ਕਿ ਉਹ ਬੱਚਾ ਪਹਿਲੇ ਸੁੱਟ ਛੱਡਦੀ ਹੈ? ਇਹ ਬੱਚਾ ਮਤਲਬ ਘੱਟ ਵਕਤ ਦਾ ਹੁੰਦਾ, ਉਹਦੇ 'ਚ ਘੱਟ ਵਕਤ ਦਾ ਹੁੰਦਾ। ਠੀਕ ਹੈ। ਹੀਟ ਅਪ ਹੋ ਜਾਂਦੀ ਤੇ ਜ਼ਿਆਦਾ ਫਿਰ ਬੱਚਾ ਮਤਲਬ ਆਪਣੇ ਵਕਤ ਦੇ ਉੱਤੇ ਨਹੀਂ ਸੁਣਦੀ ਹੈ ਤੇ ਉਹਨੂੰ ਹੀ ਕਹਿੰਦੇ ਆ ਕਿ ਇਹਨੇ ਧਰੂ ਗਈ ਹੈ। ਤੇ ਉਹਦਾ ਫਿਰ ਦੁੱਧ ਜਿਹੜਾ ਵੇ ਉਹਦਾ ਦੁੱਧ ਬਰਾਬਰ ਰਹੇ ਯਾਨੀ ਦੁੱਧ ਨਾ ਖਰਾਬ ਹੋਏ, ਉਹਦਾ ਫਿਰ ਕੀ ਇਲਾਜ ਕਰਨਾ ਚਾਹੀਦਾ ਜਾਂ ਕੀ ਉਹਨੂੰ ਖਵਾਉਣਾ ਚਾਹੀਦਾ ਕਿ ਦੁੱਧ ਉਹਦਾ ਸਹੀ ਰਹੇ? ਉਹਦੇ ਲਈ ਸਾਰੇ ਅਗਰ ਮੱਝ ਧਰੂ ਗਈ ਹੈ ਤੇ ਉਹਦਾ ਦੁੱਧ ਮਤਲਬ ਠੀਕ ਰਿਹਾ ਹੈ ਤੇ ਉਹਦੇ ਲਈ ਉਹਨੂੰ ਮਤਲਬ ਆਏ ਵੰਡਾ ਛੰਡਾ ਇਹੋ ਜਿਹੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਨੇ ਤੇ ਹੋਰ ਠੀਕ ਹੈ, ਡਾਕਟਰ ਨਾਲ ਰਾਬਤਾ ਕਰ ਸਕਦੇ ਹੋ ਤੁਸੀਂ ਉਹਦੇ ਬਾਰੇ। ਯਾਨੀ ਮਜ਼ੀਦ ਅਗਰ ਜਿਹੜਾ ਵੇ ਤੁਹਾਡੇ ਕੋਲ ਨੁਸਖਾ ਦਾ ਮੌਜੂਦ ਨਹੀਂ। ਠੀਕ ਹੈ। ਅੱਛਾ, ਇਹ ਦੱਸੋ ਕਿ ਅਗਰ ਕੋਈ ਕੀੜੀ ਛਿੜੀ ਲੱਗ ਜਾਂਦੀ ਹੈ ਜਾਂ ਮੱਝ ਨੂੰ ਜ਼ਖਮ ਹੋ ਜਾਂਦਾ ਹੈ ਜਾਂ ਸਿੰਗ ਟੁੱਟ ਜਾਂਦਾ ਹੈ ਜਾਂ ਉਹਦਾ ਕੋਈ ਖੁਰ ਸ਼ੁਰ ਖਰਾਬ ਹੋ ਜਾਂਦਾ ਹੈ, ਕਿਸੇ ਕਿਸਮ ਦਾ ਜ਼ਖਮ ਆਈ ਜਾਂਦਾ ਤੇ ਉਹਦਾ ਫਿਰ ਕੀ ਇਲਾਜ ਕਰੀਏ? ਅਗਰ ਜੇ ਕੀੜੀ ਲੱਗ ਗਈ ਹੈ ਮੱਝ ਦੀ ਪੂਛਲ ਨੂੰ ਤੇ ਉਹਦੇ ਲਈ ਟੂਬ ਮਿਲਦੀ ਹੈ, ਉਹ ਲਾਣੀ ਚਾਹੀਦੀ ਹੈ। ਹੋਰ ਕੀ ਨਾਂ ਹੈ ਟੂਬ ਦਾ? ਟੂਬ ਦਾ ਨਾਂ ਕੋਬਰਾ ਹੈ ਸ਼ਾਇਦ ਟੂਬ ਦਾ ਨਾਂ। ਅਸੀਂ ਉਹ ਇਸਤੇਮਾਲ ਕਰਨੇ ਆ ਪਏ, ਇਸੇ ਲਈ ਅਸੀਂ ਉਹ ਲਈ ਟੂਬ ਲਾਉਂਦੇ ਤੇ ਬਿਹਤਰ ਅੱਗੇ ਨਾਲੋਂ, ਲੇਕਿਨ ਮੁੱਕਦਾ ਪਿਆ ਨਾਲ ਤੇ ਬਿਹਤਰ ਅੱਗੇ ਨਾਲੋਂ। ਠੀਕ ਹੈ। ਯਾਨੀ ਮਾਮਲਾ ਹੋਇਆ ਤੁਹਾਡੇ ਨਾਲ ਹੀ ਹੈ? ਜੀ। ਠੀਕ ਹੋ ਗਿਆ। ਤੇ ਉਹ ਮੱਝ ਜਿਹੜੀ ਹੈ ਉਹਦਾ ਅਗਰ ਸਿੰਗ ਖਰਾਬ ਹੋਈ ਹੈ, ਜ਼ਖਮ ਆਈ ਹੈ ਜਾਂ ਉਹਦੇ ਵਿੱਚ ਬਾਅਦ ਕੋਈ ਜ਼ਖਮ ਹੁੰਦਾ ਹੈ, ਕੋਈ ਇੱਕ ਦੂਜੇ ਨੂੰ ਸਿੰਗ ਮਾਰਦੀਆਂ ਨੇ ਮੱਝਾਂ, ਜਾਂ ਕਿਤੇ ਮੱਝ ਬੈਠੀ ਖਲੋਤੀ ਉਹਨੂੰ ਕੋਈ ਚੀਜ਼ ਵੱਜ ਜਾਂਦੀ ਹੈ, ਉਹਦੇ ਜ਼ਖਮ ਵਿੱਚ ਕੀੜੇ ਛਿੜੇ ਪੈ ਜਾਂਦੇ ਨੇ, ਉਹ ਫਿਰ ਕੀ ਕਰੀਏ? ਅਰੇ ਉਹਦੇ ਲਈ ਕਾਲਾ ਤੇਲ ਇਸਤੇਮਾਲ ਕਰੋ ਜਾਂ
ਪੈਟਰੋਲ ਇਸਤੇਮਾਲ ਕਰ ਸਕਦੇ ਹਾਂ ਕੀੜਿਆਂ ਲਈ। ਠੀਕ ਹੈ। ਤੇ ਅਗਰ ਪੇਟ ਵਿੱਚ ਉਹਨੂੰ ਕੀੜੇ ਹੋਣ ਅੰਦਰਲੀ ਸਾਈਡ ਤੇ, ਸਰ ਉਹ ਫੱਕੀ ਲੱਭਦੀ ਇੱਕ ਉਹ ਇਸਤੇਮਾਲ ਕਰਨੀ ਚਾਹੀਦੀ। ਉਹਦਾ ਕੋਈ ਫੱਕੀ ਦਾ ਕੋਈ ਨਾਂ ਪਤਾ ਹੈ? ਸਰ ਨਹੀਂ ਪਤਾ ਨਹੀਂ ਉਸ ਉਂਝ ਹੀ ਦੁਕਾਨ ਤੋਂ ਜਾ ਕੇ ਦੇਸੀ ਕੀਮ ਕੋਲ ਹਾਂ ਫੱਕੀ ਲਈ ਉਹ ਦੇਸੀ ਕੀਮ ਕੋਲ ਲੱਭ ਲੁੱਭ ਜਾਂਦੀ। ਅੱਛਾ ਉਹਨੂੰ ਜਾ ਕੇ ਕਹਿਣਾ ਚਾਹੀਦਾ ਕਿ ਮੱਝ ਨਾਲ ਇਹ ਕੰਮ ਹੋਇਆ ਤੇ ਉਹ ਦੇ ਦੂ ਛੱਡਦਾ ਫੱਕੀ। ਅੱਛਾ ਵੀ ਜ਼ਮਾਨ ਮੈਂ ਦੱਸ ਕੇ ਅਗਰ ਇੱਕ ਮੱਝ ਜਿਹੜੀ ਹੈ ਉਹ ਬੋਲ ਪੈਂਦੀ ਹੈ ਤੇ ਉਹਦੀ ਕੀ ਨਿਸ਼ਾਨੀ ਹੋਏਗੀ? ਕਿਸ ਤਰ੍ਹਾਂ ਪਤਾ ਚੱਲੇਗਾ ਨਵੇਂ ਬੰਦੇ ਨੂੰ ਕਿ ਮੱਝ ਬੋਲ ਪਈ ਹੈ? ਸਰ ਨਵੇਂ ਬੰਦੇ ਵਾਸਤੇ ਬਿਹਤਰੀ ਉਹਦੇ ਲਈ ਨਿਸ਼ਾਨੀਆਂ ਇਹ ਨੇ ਕਿ ਅਗਰ ਮੱਝ ਤੁਹਾਡੀ ਬੋਲ ਪਈ ਹੈ ਮਤਲਬ ਬੰਨਣ ਜਾਂਦੀ ਹੈ ਉਹਦੇ ਲਈ ਉਹ ਨਾਲੇ ਕਰੇਗੀ, ਉਹ ਡਿੰਗੇਗੀ ਜ਼ਿਆਦਾ ਕਿੱਲੇ ਦੇ ਉੱਤੇ, ਠੀਕ ਹੈ, ਜ਼ਿਆਦਾ ਡਿੰਗੇਗੀ, ਨਾਲੇ ਕਰੇਗੀ, ਪਾਣੀ ਸੁੱਟੇਗੀ ਤੇ ਕਿੱਲੇ ਦੇ ਉੱਤੇ ਨਾ ਖਲੋਏਗੀ। ਅਗਰ ਵੱਜੀ ਹੋਏ ਤੇ ਜ਼ਰਾ ਗਰਦਿਸ਼ ਕਰਦੀ ਰਹੇਗੀ ਤੇ ਡਿੰਗਦੀ ਜ਼ਿਆਦਾ ਹੈ ਉਹ ਤੇ ਨਾਲੇ ਛਾਲੇ ਕਰਦੀ। ਉਹ ਨਾਲੇ ਕਰਨ ਤੋਂ ਕੀ ਮੁਰਾਦ ਹੈ? ਉਹ ਪਾਣੀ ਚਿੱਟਾ ਜਿਹਾ ਪਾਣੀ ਸੁੱਟਦੀ ਉਹ ਨਾਲੇ ਕਰਦੀ। ਉਹ ਕਿੰਨੇ ਦਿਨਾਂ ਤੱਕ ਇਹ ਕੰਮ ਚੱਲਦਾ ਰਹਿੰਦਾ? 2 ਦਿਨ ਤੱਕ ਕਮ ਸੇ ਕਮ ਕੰਮ ਉਹ ਚੱਲਦਾ ਰਹਿੰਦਾ। ਠੀਕ ਹੈ, ਜ਼ਿਆਦਾ ਤੋਂ ਯਾਨੀ ਜ਼ਿਆਦਾ 3 ਦਿਨ ਹੋ ਸਕਦੇ। ਸਹੀ ਹੈ। ਤੇ ਮਤਲਬ ਜਿਹੜੀ ਮੱਝ ਜਿਹੜੇ ਨਵੇਂ ਬੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਇਸ ਗੱਲ ਦੇ ਵਿੱਚੋਂ ਮਹਿਸੂਸ ਕਰ ਲੈਣ ਕਿ ਜਿਹੜਾ ਬਹੁਤ ਜ਼ਿਆਦਾ ਡਿੰਗਦੀ ਹੈ ਪਈ ਔਰ ਕਿੱਲੇ ਤੇ ਭੌਂਦੀ ਹੈ ਪਈ ਹਾਂਜੀ ਔਰ ਇਹਦੀ ਪੁਸ਼ਤ ਵਿੱਚ ਕੋਈ ਪਾਣੀ ਛਾਣੀ ਨਹੀਂ ਇਸ ਤਰ੍ਹਾਂ ਲਿਕੁਇਡ ਵਗੈਰਾ ਨਿਕਲਦਾ ਪਿਆ ਤੇ ਇਹਦਾ ਮਤਲਬ ਹੈ ਕਿ ਮੱਝ ਬੋਲ ਪਈ ਹੈ। ਤੇ ਜਦੋਂ ਮੱਝ ਬੋਲ ਪੈਂਦੀ ਉਹਨੂੰ ਕਦੋਂ ਕੁ ਲਵਾ ਲੈਣਾ ਚਾਹੀਦਾ? ਉਹਨੂੰ ਉਸੇ ਟਾਈਮ ਲਵਾ ਲੈਣਾ ਚਾਹੀਦਾ ਜਾਂ ਡਾਕਟਰ ਬੁਲਾ ਕੇ ਟੀਕਾ ਲਵਾ ਲੈਣਾ ਚਾਹੀਦਾ। ਤੇ ਟੀਕੇ ਨਾਲ ਵੀ ਉਹ ਮੱਝ ਜਿਹੜੀ ਉਹ ਖਲੋਈ ਜਾਂਦੀ ਹੈ? ਬਿਹਤਰੀ ਜ਼ਿਆਦਾ ਕਿ ਸੰਡੇ ਕੋ ਬਣਵਾ ਲੈਣੀ ਚਾਹੀਦੀ। ਠੀਕ ਹੈ, ਮਿਲਾਪ ਬਿਹਤਰ ਹੈ। ਹਾਂਜੀ ਸਹੀ ਹੋ ਗਿਆ। ਤੇ ਇਸ ਤੋਂ ਇਲਾਵਾ ਵੀ ਕੋਈ ਪਹਿਚਾਣ ਹੁੰਦੀ ਹੈ ਕਿ ਅਗਰ ਕੋਈ ਡੰਗਰ ਬੋਲ ਪਿਆ ਤਾਂ ਉਹਦਾ ਪੱਠੇ ਵਗੈਰਾ ਦਾ ਵੀ ਕੋਈ ਹੁੰਦਾ ਕਿ ਪੱਠੇ ਨਹੀਂ ਖਾਂਦੀ? ਜੀ ਸਰ ਪੱਠੇ ਨਹੀਂ ਖਾਂਦੀ ਤੇ ਪੱਠਿਆਂ ਨੂੰ ਮੂੰਹ ਨਹੀਂ ਲਾਉਂਦੀ ਸਰ, ਡਿੰਗਦੀ ਰਹਿੰਦੀ ਨਾਲੇ ਕਰਦੀ ਹੈ, ਪੱਠਿਆਂ ਨੂੰ ਮੂੰਹ ਨਹੀਂ ਲਾਉਂਦੀ। ਤੇ ਅਸੀਂ ਸੁਣਿਆ ਹੈ ਕਿ ਕੋਈ ਪੁਸ਼ਲ ਵਗੈਰਾ ਵੀ ਚੁੱਕ ਛੱਡਦੀ, ਕੋਈ ਐਸਾ ਦਾ ਮਾਮਲਾ ਹੁੰਦਾ? ਜੀ ਸਰ। ਠੀਕ ਹੋ ਗਿਆ। ਤੇ ਇਹ ਮਾਮਲਾ 2-3 ਦਿਨ ਲਗਾਤਾਰ ਚੱਲਦਾ ਰਹਿੰਦਾ? ਜੀ ਸਰ। ਅਗਰ ਉਹਨੂੰ ਨਹੀਂ ਬਣਾਓਗੇ ਤੇ ਫਿਰ? ਸਰ ਫਿਰ ਉਹਦਾ ਇੱਕ ਮਤਲਬ ਸਾਲ ਜਾਂਦਾ ਮਾਰਿਆ ਜਾਏਗਾ ਉਹਦਾ ਤੇ ਲੇਕਿਨ ਉਹਦਾ ਦੁੱਧ 'ਚ ਵੀ ਕੰਮ ਮਤਲਬ ਮੱਝ ਵੀ ਠੀਕ ਨਹੀਂ ਰਹੇਗੀ, ਦੁੱਧ 'ਚ ਵੀ ਕਮੀ ਆਏਗੀ, ਇਹ ਹਿਸਾਬ ਹੁੰਦਾ। ਸਹੀ ਹੈ। ਤੇ ਟੀਕਾ ਬਿਹਤਰ ਰਹਿੰਦਾ ਜਾਂ ਉਹਨੂੰ ਲਵਾਉਣਾ ਬਿਹਤਰ ਰਹਿੰਦਾ? ਮਿਲਾਪ ਜ਼ਿਆਦਾ ਸਰ ਬਿਹਤਰ ਰਹਿੰਦਾ। ਹੁਣ ਸਾਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਕਿ ਸਾਡੀ ਮੱਝ ਜਿਹੜੀ ਹੈ ਉਹਨੂੰ ਮਤਲਬ ਮਿਲਾਪ ਹੋ ਗਿਆ ਔਰ ਉਹ ਖਲੋ ਗਈ? ਉਹਦਾ ਵੀ ਕੋਈ ਨਿਸ਼ਾਨੀ ਹੈ ਕਿ ਨਹੀਂ? ਸਰ ਜਦੋਂ ਮਿਲਾਪ ਉਹਦਾ ਕਰਾਉਣ ਤੁਸੀਂ ਜਾਂਦੇ ਹੋ ਉਹਦੇ ਲਈ ਪਹਿਲਾਂ ਤੇ ਬਹੁਤ ਜ਼ਿਆਦਾ ਹੀਟ ਅਪ ਹੋ ਜਾਂਦੀ ਹੈ। ਉਹਦੇ ਲਈ ਮੁਸ਼ਕਪੁਰ ਦੀਆਂ ਟਿੱਕੀਆਂ ਲਿਆਉਣੀਆਂ ਚਾਹੀਦੀਆਂ ਨੇ ਉਹ, ਠੀਕ ਹੈ, ਉਹਨੂੰ 3 ਤੋਂ 4 ਉਹ ਦੇਣੀਆਂ ਚਾਹੀਦੀਆਂ ਨੇ। ਬਾਅਦ ਵਿੱਚ ਕੋਈ 2 ਤੋਂ 3 ਮਹੀਨੇ ਨਿਕਲ ਕੇ ਉਹਨੂੰ ਡਾਕਟਰ ਕੋਲ ਚੈੱਕ ਕਰਵਾ ਲੈਣਾ ਚਾਹੀਦਾ, ਇਨਸ਼ਾਅੱਲਾ ਉਹ ਨਿਕਲ ਆਏ। ਯਾਨੀ ਕਿ ਮਹੀਨੇ ਡੇਢ ਬਾਅਦ 2 ਬਾਅਦ ਨਹੀਂ ਪਤਾ ਚੱਲਦਾ ਕਿ ਜਾਨਵਰ ਬਣ ਗਿਆ ਖਲੋ ਗਿਆ ਕਿ ਨਹੀਂ? ਨਹੀਂ ਜੀ ਸਰ। ਠੀਕ ਹੈ, ਯਾਨੀ ਕਿ ਤੀਸਰੇ ਮਹੀਨੇ ਜਾ ਕੇ ਪਤਾ ਲੱਗਦਾ? ਜੀ ਸਰ। ਤੇ ਇਹ ਜਿਹੜਾ ਕੁਝ ਡਾਕਟਰ ਹੁੰਦੇ ਨੇ ਉਹ ਡੰਗਰ ਦੇ ਅੰਦਰ ਹੱਥ ਵਾੜ ਕੇ ਚੈੱਕ ਕਰਦੇ ਨੇ, ਉਹ ਉਸ ਚੀਜ਼ ਨੂੰ ਵੇਖਣਾ ਚਾਹੀਦਾ ਜਾਂ ਨਹੀਂ, ਉਹਨੂੰ ਕਰਵਾਉਣਾ ਚਾਹੀਦਾ ਕਿ ਨਹੀਂ? ਸਰ ਉਹ ਲਾਜ਼ਮੀ ਹੁੰਦਾ ਹੈ ਡੰਗਰ ਦੇ ਮਤਲਬ ਖਲੋਤਾ ਕਿ ਨਹੀਂ, ਮਤਲਬ ਸੂਣ ਵਾਲਾ ਕਿ ਨਹੀਂ, ਉਹ ਲਾਜ਼ਮੀ ਡਾਕਟਰ ਚੈੱਕ ਕਰਦੇ ਨੇ, ਉਹ ਇਸ ਲਈ ਉਹ ਜ਼ਰੂਰੀ ਹੁੰਦਾ। ਉਹਦੇ ਵਿੱਚ ਨੁਕਸਾਨ ਤਾਂ ਨਹੀਂ ਹੁੰਦਾ? ਉਹਦੇ ਕੋਈ ਨੁਕਸਾਨ ਨਹੀਂ। ਠੀਕ ਹੋ ਗਿਆ। ਤੇ ਅਸੀਂ ਇਹ ਸੁਣਿਆ ਸੀ ਕਿ ਬਜ਼ੁਰਗਾਂ ਨੇ ਸਾਨੂੰ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਇਹ ਜਿਹੜੇ ਲੂੰ ਹੁੰਦੇ ਨੇ ਇਹ ਬੜੇ ਹੋ ਜਾਂਦੇ ਨੇ ਨਹੀਂ ਨਰਮ ਹੁੰਦੇ ਨੇ, ਇਹਨੂੰ ਫੜੋ ਤੇ ਨਾਲ ਹੀ ਖਿੱਚ ਆਉਂਦੇ ਨੇ। ਜੀ ਸਰ। ਇਹ ਵੀ ਕੋਈ ਮਾਮਲਾ ਹੈ ਕਿ ਜਿਲਦ ਜਿਹੜੀ ਉਹਦੀ ਬੜੀ ਮੁਲਾਇਮ ਜਿਹੀ ਹੋ ਜਾਂਦੀ ਹੈ, ਉਹਨੂੰ ਫੜੋ ਤੇ ਇੰਜ ਹੱਥ 'ਚ ਆਈ ਜਾਂਦੀ ਹੈ ਔਰ ਵਾਲ ਜਿਹੜੇ ਨੇ ਬੜੇ ਮੁਲਾਇਮ ਹੋ ਜਾਂਦੇ ਨੇ? ਜੀ ਸਰ। ਇਹ ਵੀ ਕੋਈ ਪਛਾਣ ਹੈ ਉਹਦੇ ਜਾਨਵਰ ਦੇ ਬਣਨ ਦੀ? ਜੀ ਸਰ। ਕਿ ਉਹਦੇ ਮਤਲਬ ਪੇਟ ਵਿੱਚ ਜਿਹੜਾ ਨਾ ਬੱਚਾ ਤਿਆਰ ਹੁੰਦਾ ਪਿਆ? ਜੀ ਸਰ। ਠੀਕ ਹੋ ਗਿਆ। ਅੱਛਾ, ਮੱਝਾਂ ਦੇ ਬਾਰੇ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਮਿਲਾਪ ਹੀ ਬਿਹਤਰ ਹੈ, ਤੇ ਜਿਹੜਾ ਗਾਈਆਂ ਹੁੰਦੀਆਂ ਨੇ ਉਹਦਾ ਮਿਲਾਪ ਬਿਹਤਰ ਹੈ ਜਾਂ ਉਹਦਾ ਟੀਕਾ ਬਿਹਤਰ ਹੈ? ਸਰ ਬਿਹਤਰੀ ਹਰ ਜਾਨਵਰ ਲਈ ਇਹੋ ਇੱਕ ਮਿਲਾਪ ਬਿਹਤਰ ਹੈ ਤੇ ਲੇਕਿਨ ਅਗਰ ਕਿਸੇ ਨੂੰ ਨਹੀਂ ਮਤਲਬ ਹੈ ਇਹ ਉਹ ਜਾ ਸਕਦਾ ਮਿਲਾਪ ਕਰਾਉਣ ਲਈ, ਉਹਨੂੰ ਟੀਕਾ ਜ਼ਰੂਰੀ ਜਾਂ ਉਹਨੇ ਨਸਲ ਚੇਂਜ ਕਰਨੀ ਹੈ? ਜੀ ਸਰ। ਠੀਕ ਹੋ ਗਿਆ। ਅੱਛਾ, ਸਾਨੂੰ ਤੁਸੀਂ ਇਹ ਦੱਸੋ ਕਿ ਜਾਨਵਰ ਜਦੋਂ ਸੌਣ ਵਾਲਾ ਹੁੰਦਾ ਹੈ ਔਰ ਸੌਣ ਦੇ ਕਰੀਬ ਪਹੁੰਚਦਾ, ਕੋਈ ਮਹੀਨਾ ਡੇਢ ਰਹਿ ਜਾਂਦਾ ਜੀ ਸਰ, ਤੇ ਉਹਨੂੰ ਕਿਹੜੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਉਹਦਾ ਸੂਆ ਵੀ ਆਸਾਨ ਹੋਈਏ ਔਰ ਉਹਦਾ ਦੁੱਧ ਵੀ ਜਿਹੜਾ ਨਾ ਉਹ ਵਧੇ? ਸਰ ਜਾਨਵਰ ਅਗਰ 1.5 ਮਹੀਨਾ ਰਹਿ ਗਿਆ ਸੂਣ ਜੋ 15-20 ਦਿਨ ਰਹਿ ਗਏ ਨੇ, ਉਹਨੂੰ ਅਗਰ ਉਹਦਾ ਵਾਹਨਾ ਤੋਂ ਹਵਦਾਨਾ ਜੇ ਪਹਿਲੇ ਸੂਏ ਵੇ ਤੇ ਉਹਦੇ ਵਾਹਨੇ ਲਈ ਕਣਕ ਦੀਆਂ ਘੁੰਗਣੀਆਂ, ਸਰਦੀ ਅਗਰ ਤੇ ਉਹਨੂੰ ਜ਼ਿਆਦਾ ਦੇ ਲਓ, ਜੇ ਗਰਮੀ ਤੇ ਉਹਨੂੰ ਥੋੜ੍ਹੀਆਂ ਘੱਟ ਦਿਓ ਕਿਉਂਕਿ ਉਹ ਜ਼ਿਆਦਾ ਗਰਮ ਹੁੰਦੀਆਂ ਨੇ, ਉਹਦੇ ਲਈ ਉਹਦਾ ਵਾਹਨਾ ਵਧੇਗਾ। ਤੇ ਦੂਸਰੀ ਗੱਲ ਏ ਅਗਰ ਉਹਨੂੰ ਖਲ ਛਲ ਇਹੋ ਜਿਹੀਆਂ ਚੀਜ਼ਾਂ ਉਹਨੂੰ ਦੇਣੀਆਂ ਚਾਹੀਦੀਆਂ। ਅਗਰ ਤੁਸੀਂ ਜ਼ਿਆਦਾ ਅਗਰ ਕਾਰੋਬਾਰ ਮੱਝਾਂ ਦਾ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਸਰ ਚੀਨੀ ਜਿਹੜੀਆਂ ਉਹਨੂੰ ਚੀਨੀ ਦੇ ਵਿੱਚ ਲਾ ਕੇ ਨਿੰਬੂ ਉਹਦੇ ਲਈ ਬਿਹਤਰੀ ਇਹ ਕਰਦੇ ਨੇ ਕਿ ਉਹ ਵਾਹਨਾ ਸਾਫ਼ ਕਰ ਛੱਡਦੇ ਨੇ ਨਿੰਬੂ ਉਹਨੂੰ,
ਤੇ ਹੋਰ ਜਦੋਂ ਮੱਝ ਸੂਣ ਵਾਲੀ ਹੁੰਦੀ ਹੈ ਉਹਨੂੰ ਘਿਓ ਸ਼ਿਓ ਵੀ ਦੇਣਾ ਚਾਹੀਦਾ, ਕੋਈ ਟੀਨ ਇੱਕ ਘਿਓ ਦਾ। ਤਾਜ਼ੀ ਮੱਝ ਨੂੰ ਜਿਹੜੀ ਸੂਣ ਵਾਲੀ ਹੁੰਦੀ ਹੈ ਉਹਨੂੰ ਚਾਰ ਛੱਡਣਾ ਚਾਹੀਦਾ, ਨਾਲ ਉਹਨੂੰ ਨਿੰਬੂ ਦੇਣੇ ਚਾਹੀਦੇ ਨੇ, ਨਾਲ ਉਹ ਘੁੰਗਣੀਆਂ ਸ਼ੁੰਗਣੀਆਂ ਚਾਰ ਛੱਡ, ਉਹਦੇ ਨਾਲ ਮੱਝ ਦੁੱਧ ਜ਼ਿਆਦਾ। ਅੱਛਾ, ਦੁੱਧ ਵਧਾਉਣ ਦੇ ਬਾਰੇ ਤੁਸੀਂ ਤਫਸੀਲ ਨਾਲ ਇੱਕ ਵਾਰੀ ਫੇਰ ਸਾਨੂੰ ਡਿਟੇਲ ਨਾਲ ਦੱਸੋ ਜ਼ਰਾ। ਸਰ ਅਗਰ ਮੱਝ ਸੂਣ ਵਾਲੀ ਹੈ ਤੇ ਲੋਕੀ ਚਾਹੁੰਦੇ ਨੇ ਕਿ ਇਹਦੇ ਦੁੱਧ ਜ਼ਿਆਦਾ ਦੇ, ਪਹਿਲਾ ਸੂਆ ਤੇ ਵਾਹਨਾ ਸ਼ਾਨਾ ਸਾਫ਼ ਹੋਈਏ, ਤੇ ਉਹਦੇ ਲਈ ਕੀ ਕਰਨਾ ਚਾਹੀਦਾ? ਉਹਦੇ ਲਈ ਇਹ ਵੇ ਕਿ ਅਗਰ ਮੱਝ ਦੀ ਰਹਿ ਗਏ ਨੇ 15-20 ਦਿਨ ਤੇ ਉਹਦੇ ਲਈ ਡਾਲਡਾ ਘਿਓ, ਨਿੰਬੂ ਤੇ ਘੁੰਗਣੀਆਂ ਸ਼ੁਗਣੀਆਂ, ਤੇ ਅਗਰ ਦੁੱਧ ਜ਼ਿਆਦਾ ਕੋਈ ਕਾਰੋਬਾਰ ਕਰਨਾ ਚਾਹੁੰਦਾ ਹੈ ਤੇ ਉਹਦੇ ਲਈ ਉਹ ਚੀਨੀ ਨਾਲ ਦੇ ਸਕਦਾ ਨਿੰਬੂਆਂ ਦੇ। ਤੇ ਚੀਨੀ ਦਾ ਨੁਕਸਾਨ ਹੈ ਵੇ ਕਿ ਉਹ ਦੁੱਧ ਤੇ ਦੇ ਲੇਗੀ ਸਾਲ ਇੱਕ, ਲੇਕਿਨ ਅੱਗੂ ਜਾ ਕੇ ਮਤਲਬ ਤੰਗ ਕਰਦੀ, ਬਣਦੀ ਨਹੀਂ। ਚੀਨੀ ਨੁਕਸਾਨ ਦੇਵੇ? ਹਾਂਜੀ, ਦੁੱਧ ਵਿੱਚ ਵੱਧ ਜਾਂਦਾ ਉਹਦੇ ਨਾਲ? ਦੁੱਧ ਵੱਧ ਜਾਂਦਾ ਉਹਦੇ। ਠੀਕ ਹੋ ਗਿਆ। ਮੱਝ ਮਾੜੀ ਵੀ ਹੋ ਜਾਂਦੀ ਦੁੱਧ ਦੇ ਦੇ ਕੇ। ਠੀਕ ਹੈ। ਤੇ ਮੱਝ ਜਿਹੜੀ ਹੈ, ਕੁਛ ਮੱਝਾਂ ਮਾੜੀ ਹੋ ਜਾਂਦੀਆਂ ਨੇ, ਕੋਈ ਜ਼ਹਿਰ ਬਾਦ ਉਹਨਾਂ ਨੂੰ ਹੋ ਜਾਂਦਾ ਹੈ, ਕੋਈ ਅੰਦਰ ਦਾ ਕੋਈ ਮਸਲਾ ਬਣ ਜਾਂਦਾ, ਉਹ ਕੀ ਉਹਦਾ ਫਿਰ ਕੀ ਕਰੀਏ ਇਲਾਜ? ਕਿ ਜਿਹੜੀ ਮੱਝ ਪੱਠੇ ਨਾ ਸਹੀ ਖਾਏ, ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਮੱਝ ਖਲੋ ਗਈ ਹੈ। ਅਗਰ ਸਰ ਕੋਈ ਮੱਝ ਤੁਹਾਨੂੰ ਤੰਗ ਕਰਦੇ ਪਈ ਜਨਾਬ, ਕਿਸੇ ਨੂੰ ਵੀ ਬੰਦੇ ਨੂੰ ਕਿਸੇ ਰੱਖੀਏ ਤਾਂ ਉਹਨੂੰ ਤੰਗ ਕਰਦੀ ਪਈ, ਜੇ ਪੱਠੇ ਛੱਠੇ ਨਹੀਂ ਖਾਂਦੀ ਪਈ ਤੇ ਉਹਨੂੰ ਲੂਣ ਤੇ ਨਾਲ ਕੰਡੇ ਜ਼ਰੂਰ ਦੇਣੇ ਚਾਹੀਦੇ ਨੇ, ਉਹ ਬਾਦੀ ਲਈ ਬਿਹਤਰ ਨੇ। ਉਂਝ ਆਮ ਤੌਰ ਤੇ ਕਿਹੜੇ ਮਸਾਲੇ ਦਈਏ ਜਿਹੜਾ ਲਗਾਤਾਰ ਹਰ ਹਫਤੇ ਬਾਅਦ ਜਾਂ 2-3 ਦਿਨਾਂ ਬਾਅਦ, ਤਾਂ ਕਿ ਡੰਗਰ ਜਿਹੜਾ ਆਪਣੇ ਉਹਦੇ ਲਈ ਕਾਇਮ ਗੰਡੇ, ਰਹੇ? ਲੂਣ, ਮਿਰਚਾਂ, ਇਹੋ ਜਿਹੀਆਂ ਦਾਦਰ ਮਿਰਚਾਂ ਦੇਣੀਆਂ ਦੂਣੀਆਂ ਚਾਹੀਦੀਆਂ ਨੇ। ਉਹਦੇ ਲਈ ਬਾਦੀ ਸ਼ਾਦੀ ਮਰ ਜਾਂਦੀ, ਡੰਗਰ ਖਾਂਦਾ ਛਾਂਦਾ ਸਹੀ ਰਹਿੰਦਾ, ਹਾਜ਼ਮਾ ਠੀਕ ਰਹਿੰਦਾ ਉਹਦੇ ਨਾਲ। ਤੁਸੀਂ ਜਿਹੜੇ ਆਪਣੇ ਬਜ਼ੁਰਗਾਂ ਕੋਲ ਕੁਝ ਗੱਲਾਂ ਕੰਮ ਦੀਆਂ ਸਿੱਖੀਆਂ ਨੇ, ਕੋਈ ਮੁਫੀਦ ਗੱਲਾਂ ਜਿਹੜੀਆਂ ਅਸੀਂ ਨਹੀਂ ਪੁੱਛ ਸਕੇ, ਔਰ ਤੁਸੀਂ ਦੱਸਣਾ ਚਾਹੋ ਨਾਜ਼ਰੀਨ ਨੂੰ ਕਿ ਬਈ ਅਸੀਂ ਡੰਗਰ ਨੂੰ ਰੱਖਨੇ ਆ, ਅਸੀਂ ਇਹ ਇਖਤਿਆਤ ਕਰਨੇ ਆ, ਜਾਂ ਇਹ ਮਸਾਲੇ ਪਾਉਂਦੇ ਆ, ਜਾਂ ਇਹ ਚੀਜ਼ਾਂ ਦਿੰਦੇ ਆ, ਕੋਈ ਅਹਿਮ ਗੱਲਾਂ ਜਿਹੜਾ ਨਾਜ਼ਰੀਨ ਦੇ ਨਾਲ ਸ਼ੇਅਰ ਕਰ ਦਿਓ ਕਿ ਇਹ ਗੱਲਾਂ ਮੇਰੀਆਂ ਯਾਦ ਰੱਖੋ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਏ। ਜਦ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਡੰਗਰ ਤੁਸੀਂ ਰੱਖੋ ਉਹਦੇ ਲਈ ਡੰਗਰਾਂ ਲਈ ਬਿਹਤਰ ਇਹ ਵੇ ਕਿ ਉਹਨੂੰ ਖਾਲ ਛਾਲ ਚੋਕਰ ਉਹਨਾਂ ਦੀ ਖਿਦਮਤ ਚੰਗੀ ਕਰਨੀ ਚਾਹੀਦੀ। ਸਰਦੀਆਂ ਲਈ ਉਹਨਾਂ ਦੀ ਬਕਾਇਦਾ ਜਗ੍ਹਾ ਹੋਣੀ ਚਾਹੀਦੀ ਹੈ ਅੰਦਰ ਬੰਨਣ ਲਈ ਰਾਤ ਨੂੰ, ਕਿਉਂਕਿ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ। ਗਰਮੀਆਂ ਲਈ ਉਹਨਾਂ ਲਈ ਪੰਖੇ ਸ਼ੰਖੇ ਉੱਤੇ ਇੰਤਜ਼ਾਮ ਹੋਣਾ ਚਾਹੀਦਾ ਜ਼ਰੂਰ, ਅਗਰ ਇਹ ਕਾਰੋਬਾਰ ਕਰਨਾ ਹੈ ਤੇ ਉਹਨਾਂ ਲਈ ਬਿਹਤਰ ਹੈ ਵੀ ਪੱਠੇ ਛੱਠੇ ਜ਼ਰੂਰ ਉਹਨਾਂ ਨੂੰ ਸਹੀ ਹੋਣੇ ਚਾਹੀਦੇ ਨੇ, ਗਲੀ ਪਰਾਲੀ ਨਹੀਂ, ਨਾ ਗਲੇ ਪੱਠੇ ਚਾਹੀਦੇ ਨੇ। ਉਹਨੂੰ ਸਰੋਂ ਵਿੱਚ ਬਿਹਤਰ ਹੀ ਹੈ ਡੰਗਰ ਲਈ, ਕਿਉਂਕਿ ਉਹਦੇ ਤੇਲ ਮਤਲਬ ਤੇਲ ਹੁੰਦਾ ਉਹਦੇ 'ਚ, ਇਸ ਲਈ ਇਹੋ ਜਿਹੀਆਂ ਚੀਜ਼ਾਂ ਨਾਲ ਬਿਹਤਰ ਹੈ ਡੰਗਰ ਵਾਸਤੇ। ਸਹੀ ਹੈ, ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਮੁਫੀਦ ਗੱਲਬਾਤ ਸੁਣਾਈ ਹੈ। ਉਮੀਦ ਹੈ ਸਾਡੇ ਨਾਜ਼ਰੀਨ ਨੂੰ ਪਸੰਦ ਆਏਗੀ। ਅਸਲਾਮ ਵਾਲੇਕੁਮ।